ਪਿਛਲੇ 2 ਸਾਲ ਤੋਂ ਪੜ੍ਹਦਾ ਪਿਆ ਸੀ। ਉਦੋਂ ਤੇ ਪਹਿਲੇ ਕੋਈ ਗੱਲ ਨਹੀਂ ਸੀ। ਹੁਣ ਪਿਛਲੇ 15-20 ਦਿਨ ਤੋਂ ਥੋੜਾ ਮਾਹੌਲ ਉੱਥੇ ਡਿਸਟਰਬ ਹੋ ਗਿਆ ਕਿ ਰਸ਼ੀਆ ਵਰਸਸ ਯੂਕਰੇਨ ਦਾ ਕੋਈ ਇਸ਼ੂ ਖੜੇ ਹੋਏ ਨੇ। ਪਿਛਲੇ ਆਪਾਂ 5-6 ਦਿਨ ਤੋਂ ਕਾਫੀ ਟਰਾਈ ਕੀਤੀ ਹੈ ਕੋਈ ਟਿਕਟ ਦੇ ਬਾਰੇ ਕਿ ਕਿਸੇ ਤਰ੍ਹਾਂ ਬੱਚੇ ਨੂੰ ਵਾਪਸ ਬੁਲਾ ਲਿੱਤਾ ਜਾਵੇ, ਪਰ ਕੋਈ ਫਲਾਈਟ ਮਿਲੀ ਨਹੀਂ ਆ ਉਹਨੂੰ। ਹਾਂ, ਹੁਣ ਉਹਦੀ ਕੱਲ ਕੋਈ ਫਲਾਈਟ ਕਨਫਰਮ ਹੋਈ ਸੀ 28 ਤਰੀਕ ਨੂੰ, ਮਤਲਬ ਆ ਰਿਹਾ ਸੀ ਵਾਪਸ। ਪਰ ਅੱਜ ਸਵੇਰੇ ਨਿਊਜ਼ 'ਚ ਸਾਨੂੰ ਪਤਾ ਲੱਗਾ ਕਿ ਉਹ ਉੱਥੇ ਕੋਈ ਇਹੋ ਜਿਹਾ ਮਾਹੌਲ ਬਣ ਗਿਆ ਕਿ ਜੰਗ ਸ਼ੁਰੂ ਕਰ ਦਿੱਤੀ ਹੈ ਰਸ਼ੀਆ ਨੇ, ਤੇ ਸ਼ਾਇਦ ਉਹ ਵੀ ਫਲਾਈਟ ਕੈਂਸਲ ਹੀ ਹੋ ਗਈ ਹੋਵੇ। ਅੱਜ 에ਅਰਬੇਸ ਵੀ ਬੰਦ ਕਰਤੇ ਇਹਨਾਂ ਨੇ। ਸੋ ਅਸੀਂ ਤੇ ਇਹੋ ਹੀ ਅਪੀਲ ਕਰਤੀ ਸੀ ਸਰਕਾਰ ਨੂੰ, ਕੁਛ MLA ਸਾਹਿਬ ਨੂੰ ਵੀ ਆਪਾਂ ਸਵੇਰੇ ਵੀ ਮਿਲੇ ਸੀ ਕਿ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਬੱਚਿਆਂ ਨੂੰ ਛੇਤੀ ਤੋਂ ਛੇਤੀ ਉੱਥੋਂ ਇਵੈਕੂਏਟ ਕੀਤਾ ਜਾਵੇ। ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਕਿਸੇ ਵੀ ਤਰ੍ਹਾਂ ਉੱਥੋਂ ਉਸ ਏਰੀਆ 'ਚੋਂ ਕੱਢਿਆ ਜਾਵੇ ਉਹਨਾਂ ਨੂੰ, ਜੋ ਕਿ ਰਸ਼ੀਆ ਬਾਰਡਰ ਦੇ ਬਿਲਕੁਲ ਪਾਸ ਹੀ ਨੇ। ਆਉਣ ਵਾਲੇ ਟਾਈਮ ਦਾ ਕੁਝ ਨਹੀਂ ਕਹਿ ਸਕਦੇ। ਜੇ ਹਾਲਾਤ ਜ਼ਿਆਦਾ ਖਰਾਬ ਹੁੰਦੇ ਤੇ ਕੋਈ ਨੁਕਸਾਨ ਵੀ ਹੋ ਸਕਦਾ ਕਿਸੇ ਨੂੰ। ਇਸ ਕਰਕੇ ਆਪਾਂ ਚਾਹੁੰਦੇ ਸੀ ਕਿ ਕਿਸੇ ਵੀ ਤਰ੍ਹਾਂ ਉੱਥੋਂ ਫਲਾਈਟਸ ਵੱਧ ਲਗਾਈਆਂ ਜਾਣ ਜਾਂ ਕਿਤੇ ਆਸ-ਪਾਸ ਕਿਸੇ ਕੰਟਰੀ 'ਚ ਉਹਨਾਂ ਨੂੰ ਸ਼ਿਫਟ ਕੀਤਾ ਜਾਵੇ ਥੋੜ੍ਹਾ ਸੇਫ ਏਰੀਆ ਦੇ ਵਿੱਚ। ਗੱਲ ਤੇ ਹੋ ਰਹੀ ਹੈ ਮੇਰੀ, ਸਵੇਰੇ ਵੀ ਗੱਲ ਹੋਈ ਸੀ ਬੇਟੇ ਦੇ ਨਾਲ, ਹੁਣ ਵੀ ਥੋੜ੍ਹੀ ਦੇਰ ਪਹਿਲੇ ਗੱਲ ਹੋ ਰਹੀ ਸੀ। ਫਿਲਹਾਲ ਉਹਨਾਂ ਨੂੰ ਕੁਝ ਇੰਸਟਰਕਸ਼ਨ ਦਿੱਤੀਆਂ ਗਿਆ ਸੀ ਸੇਫਟੀ ਪਰਪਸ ਵਾਸਤੇ ਕਿ ਥੋੜ੍ਹੇ ਉਹ ਸ਼ੈਲਟਰ ਬਣਾਏ ਨੇ ਉਹਨਾਂ ਨੇ ਬੇਸਮੈਂਟ ਦੇ ਵਿੱਚ, ਐਂਟੀ ਬੋਮ ਕੁਛ ਉਹਨਾਂ ਦੀ ਸੇਫਟੀ ਵਾਸਤੇ। ਸਾਰੇ ਬੱਚੇ ਥੋੜ੍ਹੇ ਕਰਕੇ ਉਹਦੇ ਵਿੱਚ ਕੀਤੇ ਜਾ ਰਹੇ ਆ, ਮਤਲਬ ਬੇਸਮੈਂਟਾਂ 'ਚ ਸ਼ੈਲਟਰ ਦੇ ਵਿੱਚ ਉਹਦੇ 'ਚ 20 ਬੱਚੇ 25 ਬੱਚਿਆਂ ਦਾ ਬੈਚ ਉਹਦੇ ਵਿੱਚ ਰੱਖਿਆ ਜਾ ਰਿਹਾ। ਰਸ਼ੀਆ ਵੱਲੋਂ ਯੂਕਰੇਨ ਦੇ ਉੱਪਰ ਹਮਲਾ ਕਰਨ ਤੋਂ ਬਾਅਦ ਉੱਥੇ ਪੜ੍ਹਾਈ ਲਈ ਗਏ ਬੱਚਿਆਂ ਦੇ ਪਰਿਵਾਰ ਵਾਲੇ ਸਹਿਮ ਦੇ ਵਿੱਚ ਹਨ। ਇਸ ਸਮੇਂ ਅਸੀਂ ਹਾਂ ਅੰਮ੍ਰਿਤਸਰ, ਜਿੱਥੇ ਕਿ ਉਹਨਾਂ ਦੇ ਸੁਨੀਲ ਵਦਵਾ ਜੀ ਸਾਡੇ ਨਾਲ ਹਨ। ਸੁਨੀਲ ਵਦਵਾ ਜੀ ਦਾ ਬੇਟਾ ਸਾਗਰ ਵਦਵਾ ਉੱਥੇ ਮੈਡੀਕਲ ਦੀ ਪੜ੍ਹਾਈ ਕਰ ਗਿਆ ਹੈ। ਸੁਨੀਲ ਜੀ, ਤੁਹਾਡਾ ਬੇਟਾ ਕਦੋਂ ਉੱਥੇ ਪੜ੍ਹਾਈ ਕਰਨ ਗਿਆ ਸੀ? ਜੀ ਮੇਰਾ ਬੇਟਾ ਸਾਗਰ ਵਦਵਾ ਕਰੀਬ 2 ਸਾਲ ਪਹਿਲੇ ਗਿਆ ਉੱਥੇ। ਉਹਦਾ 4th ਸਮੈਸਟਰ ਚੱਲਦਾ ਪਿਆ। ਉੱਥੇ ਹੈ ਯੂਨੀਵਰਸਿਟੀ ਇੱਕ ਖਾਰਕਿਵ ਇੰਟਰਨੈਸ਼ਨਲ ਯੂਨੀਵਰਸਿਟੀ, ਖਾਰਕਿਵ ਨੈਸ਼ਨਲ ਯੂਨੀਵਰਸਿਟੀ ਆ, ਉੱਥੇ ਪੜ੍ਹਦਾ ਪਿਆ ਖਾਰਕਿਵ ਸਿਟੀ ਦੇ ਵਿੱਚ, ਜੋ ਕਿ ਰਸ਼ੀਆ ਦੇ ਬਾਰਡਰ ਤੋਂ ਥੋੜ੍ਹਾ ਪਾਸ ਹੀ ਹੈ, ਕਰੀਬ 35-36 ਕਿਲੋਮੀਟਰ ਬਾਰਡਰ ਹੈ। ਪਿਛਲੇ 2 ਸਾਲ ਤੋਂ ਪੜ੍ਹਦਾ ਪਿਆ ਸੀ। ਉਦੋਂ ਤੇ ਪਹਿਲੇ ਕੋਈ ਗੱਲ ਨਹੀਂ ਸੀ। ਹੁਣ ਪਿਛਲੇ 15-20 ਦਿਨ ਤੋਂ ਥੋੜਾ ਮਾਹੌਲ ਉੱਥੇ ਡਿਸਟਰਬ ਹੋ ਗਿਆ ਕਿ ਰਸ਼ੀਆ ਵਰਸਸ ਯੂਕਰੇਨ ਦਾ ਕੋਈ ਇਸ਼ੂ ਖੜੇ ਹੋਏ ਨੇ। ਪਿਛਲੇ ਆਪਾਂ 5-6 ਦਿਨ ਤੋਂ ਕਾਫੀ ਟਰਾਈ ਕੀਤੀ ਹੈ ਕੋਈ ਟਿਕਟ ਦੇ ਬਾਰੇ ਕਿ ਕਿਸੇ ਤਰ੍ਹਾਂ ਬੱਚੇ ਨੂੰ ਵਾਪਸ ਬੁਲਾ ਲਿੱਤਾ ਜਾਵੇ, ਪਰ ਕੋਈ ਫਲਾਈਟ ਮਿਲੀ ਨਹੀਂ ਆ ਉਹਨੂੰ। ਹਾਂ, ਹੁਣ ਉਹਦੀ ਕੱਲ ਕੋਈ ਫਲਾਈਟ ਕਨਫਰਮ ਹੋਈ ਸੀ 28 ਤਰੀਕ ਨੂੰ, ਮਤਲਬ ਆ ਰਿਹਾ ਸੀ ਵਾਪਸ। ਪਰ ਅੱਜ ਸਵੇਰੇ ਨਿਊਜ਼ 'ਚ ਸਾਨੂੰ ਪਤਾ ਲੱਗਾ ਕਿ ਉਹ ਉੱਥੇ ਕੋਈ ਇਹੋ ਜਿਹਾ ਮਾਹੌਲ ਬਣ ਗਿਆ ਕਿ ਜੰਗ ਸ਼ੁਰੂ ਕਰ ਦਿੱਤੀ ਹੈ ਰਸ਼ੀਆ ਨੇ, ਤੇ ਸ਼ਾਇਦ ਉਹ ਵੀ ਫਲਾਈਟ ਕੈਂਸਲ ਹੀ ਹੋ ਗਈ ਹੋਵੇ। ਅੱਜ 에ਅਰਬੇਸ ਵੀ ਬੰਦ ਕਰਤੇ ਇਹਨਾਂ ਨੇ। ਸੋ ਅਸੀਂ ਤੇ ਇਹੋ ਹੀ ਅਪੀਲ ਕਰਤੀ ਸੀ ਸਰਕਾਰ ਨੂੰ, ਕੁਛ MLA ਸਾਹਿਬ ਨੂੰ ਵੀ ਆਪਾਂ ਸਵੇਰੇ ਵੀ ਮਿਲੇ ਸੀ ਕਿ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਬੱਚਿਆਂ ਨੂੰ ਛੇਤੀ ਤੋਂ ਛੇਤੀ ਉੱਥੋਂ ਇਵੈਕੂਏਟ ਕੀਤਾ ਜਾਵੇ। ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਕਿਸੇ ਵੀ ਤਰ੍ਹਾਂ ਉੱਥੋਂ ਉਸ ਏਰੀਆ 'ਚੋਂ ਕੱਢਿਆ ਜਾਵੇ ਉਹਨਾਂ ਨੂੰ, ਜੋ ਕਿ ਰਸ਼ੀਆ ਬਾਰਡਰ ਦੇ ਬਿਲਕੁਲ ਪਾਸ ਹੀ ਨੇ। ਤੇ ਤੁਹਾਡੀ ਬੇਟੇ ਨਾਲ ਗੱਲ ਹੋ ਰਹੀ ਹੈ, ਕੀ ਗੱਲਬਾਤ ਕਹਿ ਰਹੀ, ਕਿਸ ਤਰ੍ਹਾਂ ਉੱਥੇ ਸਰਕਾਰ ਉਹਨਾਂ ਨੂੰ ਕਿਸ ਤਰ੍ਹਾਂ ਰੱਖ ਰਹੀ ਹੈ, ਸਿਕਿਉਰ ਕਿੱਥੇ ਰੱਖ ਰਹੀ ਉਹਨਾਂ ਨੂੰ? ਹਾਂ, ਫਿਲਹਾਲ ਉਹ ਆਪਣੇ ਹੋਸਟਲ 'ਚ ਹੀ ਨੇ। ਉੱਥੇ ਉਹਨਾਂ ਦੇ ਜਿਹੜੇ ਕੋਈ ਕੇਅਰ ਟੇਕਰ ਹੈਗੇ ਨੇ ਬੌਬ ਟਰੇਡਰਸ ਨਾਮ 'ਤੇ, ਜਿਹੜੇ ਉਹਨਾਂ ਨੂੰ ਲੈ ਕੇ ਗਏ ਸੀ ਬੱਚਿਆਂ ਨੂੰ। ਵੈਸੇ ਤਾਂ ਉਹਨਾਂ ਵੱਲੋਂ ਤਾਂ ਪੂਰੀ ਕੋਸ਼ਿਸ਼ ਹੈ ਕਿ ਕਿਸੇ ਬੱਚੇ ਨੂੰ ਕੋਈ ਮੁਸ਼ਕਲ ਨਾ ਆਵੇ, ਪਰ ਜੋ ਉੱਥੇ ਪੈਨਿਕਨੈਸ ਦਾ ਮਾਹੌਲ ਬਣ ਗਿਆ, ਸ਼ਾਇਦ ਹੁਣ ਤੇ ਬੱਚੇ ਵੀ ਡਰ ਗਏ ਨੇ ਉੱਥੇ ਕਿ ਜੋ ਮਾਹੌਲ ਬਣ ਗਿਆ ਉੱਥੇ ਕਿਸੇ ਤਰ੍ਹਾਂ ਵੀ ਇੱਥੋਂ ਆਪਾਂ ਨਿਕਲੀਏ। ਆਉਣ ਵਾਲੇ ਟਾਈਮ ਦਾ ਕੁਝ ਨਹੀਂ ਕਹਿ ਸਕਦੇ। ਜੇ ਹਾਲਾਤ ਜ਼ਿਆਦਾ ਖਰਾਬ ਹੁੰਦੇ ਤੇ ਕੋਈ ਨੁਕਸਾਨ ਵੀ ਹੋ ਸਕਦਾ ਕਿਸੇ ਨੂੰ। ਇਸ ਕਰਕੇ ਆਪਾਂ ਚਾਹੁੰਦੇ ਸੀ ਕਿ ਕਿਸੇ ਵੀ ਤਰ੍ਹਾਂ ਉੱਥੋਂ ਫਲਾਈਟਸ ਵੱਧ ਲਗਾਈਆਂ ਜਾਣ ਜਾਂ ਕਿਤੇ ਆਸ-ਪਾਸ ਕਿਸੇ ਕੰਟਰੀ 'ਚ ਉਹਨਾਂ ਨੂੰ ਸ਼ਿਫਟ ਕੀਤਾ ਜਾਵੇ ਥੋੜ੍ਹਾ ਸੇਫ ਏਰੀਆ ਦੇ ਵਿੱਚ। ਗੱਲ ਤੇ ਹੋ ਰਹੀ ਹੈ ਮੇਰੀ, ਸਵੇਰੇ ਵੀ ਗੱਲ ਹੋਈ ਸੀ ਬੇਟੇ ਦੇ ਨਾਲ, ਹੁਣ ਵੀ ਥੋੜ੍ਹੀ ਦੇਰ ਪਹਿਲੇ ਗੱਲ ਹੋ ਰਹੀ ਸੀ। ਫਿਲਹਾਲ ਉਹਨਾਂ ਨੂੰ ਕੁਝ ਇੰਸਟਰਕਸ਼ਨ ਦਿੱਤੀਆਂ ਗਿਆ ਸੀ ਸੇਫਟੀ ਪਰਪਸ ਵਾਸਤੇ ਕਿ ਥੋੜ੍ਹੇ ਉਹ ਸ਼ੈਲਟਰ ਬਣਾਏ ਨੇ ਉਹਨਾਂ ਨੇ ਬੇਸਮੈਂਟ ਦੇ ਵਿੱਚ, ਐਂਟੀ ਬੋਮ ਕੁਛ ਉਹਨਾਂ ਦੀ ਸੇਫਟੀ ਵਾਸਤੇ। ਸਾਰੇ ਬੱਚੇ ਥੋੜ੍ਹੇ ਕਰਕੇ ਉਹਦੇ ਵਿੱਚ ਕੀਤੇ ਜਾ ਰਹੇ ਆ, ਮਤਲਬ ਬੇਸਮੈਂਟਾਂ 'ਚ ਸ਼ੈਲਟਰ ਦੇ ਵਿੱਚ ਉਹਦੇ 'ਚ 20 ਬੱਚੇ 25 ਬੱਚਿਆਂ ਦਾ ਬੈਚ ਉਹਦੇ ਵਿੱਚ ਰੱਖਿਆ ਜਾ ਰਿਹਾ।
ਤੁਹਾਡੇ ਬੇਟੇ ਤੋਂ ਇਲਾਵਾ ਹੋਰ ਬੱਚੇ ਵੀ ਉੱਥੇ ਹੋਣਗੇ ਇੱਥੋਂ ਜਿਹੜੇ ਮੈਡੀਕਲ ਪੜ੍ਹਾਈ ਗਏ ਨੇ, ਉਹਨਾਂ ਵਿੱਚ ਜਾਂ ਹੋਰ ਤੁਹਾਡੇ ਬੇਟੇ ਕਿਸ ਤਰ੍ਹਾਂ ਮਾਹੌਲ ਤੁਸੀਂ ਗੱਲਬਾਤ ਕਰ ਰਹੇ ਹੋ, ਜਦੋਂ ਕਿ ਕਿਸ ਤਰ੍ਹਾਂ ਡਰੇ ਤਾਂ ਨਹੀਂ, ਸਹਿਮ ਤਾਂ ਨਹੀਂ ਉਹਨਾਂ 'ਚ ਕਿਤੇ? ਦੇਖੋ ਬੱਚੇ ਪਹਿਲੇ ਕੱਲ ਤੱਕ ਤੇ ਠੀਕ ਸੀ, ਨੋਰਮਲ ਸੀ। ਤੇ ਜਦੋਂ ਫਲਾਈਟ ਵੀ ਕੱਲ੍ਹ ਉਹਦੀ ਬੁੱਕ ਕਰਵਾਈ ਆਪਾਂ 28 ਤਰੀਕ ਦੀ ਸੀ, ਕੋਈ ਐਡੀ ਪੈਨਿਕਨੈਸ ਵਾਲੀ ਗੱਲ ਨਹੀਂ ਸੀ। ਥੋੜ੍ਹਾ ਡਰ ਤੇ ਹੈ ਸੀ ਪਰ ਐਡੀ ਪੈਨਿਕਨੈਸ ਨਹੀਂ ਸੀ। ਪਰ ਹੁਣ ਜੋ ਅੱਜ ਉੱਥੇ ਹੋ ਰਿਹਾ ਹੈ ਨਿਊਜ਼ ਦੇ ਵਿੱਚ ਜਾਂ ਵੈਸੇ ਉੱਥੇ ਬੱਚਿਆਂ ਨੂੰ ਜੋ ਦੱਸਿਆ ਜਾ ਰਿਹਾ, ਹੌਲੀ ਹੌਲੀ ਆਈ ਥਿੰਕ ਬੱਚੇ ਨਾ ਡਰ ਰਹੇ ਆ ਵਿੱਚੋਂ। ਹੁਣ ਤੇ ਇੱਥੋਂ ਤੱਕ ਸਵੇਰੇ ਕਿਹਾ ਗਿਆ ਕਿ ਵੀਡੀਓ ਕਾਲ ਤੇ ਗੱਲ ਨਹੀਂ ਕਰਨੀ, ਕਿਉਂਕਿ ਉਹ ਸੇਫਟੀ ਪਰਪਸ ਵਾਸਤੇ ਕਿ ਬੇਸਮੈਂਟ 'ਚ ਹੈ ਜਾਂ ਬੰਕਰਸ ਦੇ ਵਿੱਚ ਹੈ, ਕਿ ਵੀਡੀਓ ਉੱਥੇ ਕੈਮਰਾ ਨਹੀਂ ਚਲਾਉਣਾ ਜਾਂ ਇਸ ਤਰ੍ਹਾਂ ਉਸ ਤਰ੍ਹਾਂ। ਹੌਲੀ ਹੌਲੀ ਇਹੋ ਜਿਹੇ ਮਾਹੌਲ 'ਚ ਬੱਚੇ ਸ਼ਾਇਦ ਜ਼ਿਆਦਾ ਦੇਰ ਸਰਵਾਈਵ ਨਾ ਕਰ ਪਾਉਣ, ਇੱਕ ਅੱਧਾ ਦਿਨ ਦੇ ਵਿੱਚ ਉਹ ਘਬਰਾ ਜਾਣਗੇ ਪੂਰੀ ਤਰ੍ਹਾਂ। ਅਤੇ ਤਾਂ ਉਹ ਮੈਂ ਚਾਹੁੰਦਾ ਸੀ ਕਿ ਉੱਥੋਂ ਕਿਸੇ ਤਰ੍ਹਾਂ ਵੀ ਕੋਈ ਸਰਕਾਰੀ ਐਫਰਟਸ ਦੇ ਨਾਲ ਜਾਂ ਕੁਛ ਵੀ ਹੈਲਪ ਦੇ ਨਾਲ ਉਹਨਾਂ ਨੂੰ ਉੱਥੋਂ ਇਵੈਕੂਏਟ ਕੀਤਾ ਜਾਵੇ, ਥੋੜ੍ਹਾ ਬਾਹਰ ਕੱਢਿਆ ਜਾਵੇ ਉਸ ਏਰੀਆ 'ਚੋਂ, ਥੋੜ੍ਹਾ ਮਤਲਬ ਸੇਫ ਏਰੀਆ ਦੇ ਵਿੱਚ ਕੀਤਾ ਜਾਵੇ। ਸਰਕਾਰ ਵੱਲੋਂ ਕੁਝ ਫਲਾਈਟਾਂ ਵੀ ਸ਼ੁਰੂ ਕੀਤੀਆਂ ਗਈਆਂ ਸੀ ਉੱਥੋਂ ਆਪਣੇ ਜਿਹੜੇ ਨਾਗਰਿਕ ਉੱਥੇ ਭਾਰਤੀ ਨਾਗਰਿਕ ਉਹਨਾਂ ਨੂੰ ਉੱਥੋਂ ਲਿਆਉਣ ਵਾਸਤੇ। ਜੀ ਸਰ, ਫਲਾਈਟਸ ਕੀਤੀਆਂ ਗਈਆਂ ਸੀ, ਮੈਨੂੰ ਵੀ ਪਤਾ ਲੱਗਾ ਸੀ। 3 ਫਲਾਈਟਸ ਰੂਟੀਨ ਫਲਾਈਟਸ ਦੇ ਨਾਲੋਂ 3 ਫਲਾਈਟ ਸਰਕਾਰ ਨੇ ਕੁਛ ਐਕਸਟਰਾ ਲਗਾਈਆਂ ਸੀ, ਕਰੀਬ 22, 24 ਤੇ 26 ਦੀਆਂ। ਪਰ ਆਈ ਥਿੰਕ 18 ਤੋਂ ਲੈ ਕੇ 20,000 ਅਪਰੋਕਸੀਮੇਟ ਬੱਚਾ ਉੱਥੇ ਹੈਗਾ। ਫਲਾਈਟਸ ਜਿਹਦੀ ਕਪੈਸਿਟੀ 200 ਸਵਾ 200 ਬੱਚੇ ਦੀ ਹੈਗੀ ਹੈ ਸਵਾਰੀਆਂ ਦੀ। ਹੁਣ 20,000 ਬੱਚੇ ਵਾਸਤੇ ਇਹੋ ਜਿਹੀਆਂ 100 ਫਲਾਈਟ ਚੱਲਣ ਤੇ ਫਿਰ ਉਹ ਬੱਚਾ ਇਵੈਕੂਏਟ ਹੁੰਦਾ। ਇਹ ਸਫੀਸ਼ੀਐਂਟ ਐਫਰਟਸ ਨਹੀਂ ਸੀ ਕਿ ਆਪਾਂ ਕਹੀਏ ਕਿ ਸਾਰੇ ਬੱਚੇ ਨੂੰ ਆਪਾਂ ਕਰ ਸਕਦੇ ਹਾਂ। ਆਈ ਥਿੰਕ ਇਹ ਪੂਰੀ ਤਰ੍ਹਾਂ ਨਾਲ ਐਫਰਟਸ ਨਹੀਂ ਕੀਤੇ ਆਪਾਂ। ਔਰ ਉਹ ਵੀ 3 ਦੇ ਵਿੱਚੋਂ ਕਹਿ ਲਓ ਅਨਫੋਰਚੂਨੇਟਲੀ ਹਲੇ 22 ਤਰੀਕ ਵਾਲੀ ਫਲਾਈਟ ਆਈ ਸੀ, ਅੱਜ 24 ਦੀ ਦੂਸਰੀ ਆਉਣੀ ਸੀ ਹਲੇ ਫਲਾਈਟਸ, ਅਤੇ ਉਹ ਵੀ ਰਸਤੇ ਦੇ ਵਿੱਚੋਂ ਹੀ ਵਾਪਸ ਮੋੜ ਦਿੱਤੀ ਗਈ ਸੇਫਟੀ ਪਰਪਸ ਵਾਸਤੇ। ਹਲੇ 26 ਤੇ ਤਰੀਕ ਆਈ ਨਹੀਂ ਆ, ਉਹ ਤਾਂ ਵੈਸੇ ਹੀ ਕੈਂਸਲ ਹੋ ਗਈ ਫਲਾਈਟਸ। ਮਤਲਬ ਇਹ ਐਫਰਟਸ ਇੰਨੇ ਕੋਈ ਸਫੀਸ਼ੀਐਂਟ ਨਹੀਂ ਸੀ ਕਿ ਜਿਹਦੇ ਨਾਲ। ਹਾਂਜੀ। ਦੂਸਰੀ ਚੀਜ਼ ਉਹ ਜਿਹੜੀ ਫਲਾਈਟਸ ਦੀ ਇਹਨਾਂ ਨੇ ਟਿਕਟਸ ਵੀ ਕੁਛ ਕੀਤੀ ਹੈ, ਜਾਂ ਤਾਂ ਸਰਕਾਰ ਕੁਛ ਹੈਲਪ ਕਰਦੀ ਉਹਦੇ ਵਿੱਚ, ਟਿਕਟ ਰੂਟੀਨ ਟਿਕਟ ਨਾਲੋਂ ਕਮ ਸੇ ਕਮ ਨਹੀਂ ਤੇ ਘੱਟ ਨਾ ਕਰਦੀ, ਉਹਨੇ ਤੇ ਲੈਂਦੀ। ਉਹ ਵੀ ਟਿਕਟ ਦੇ ਰੇਟਸ ਵੀ ਆਲਮੋਸਟ ਡਬਲ ਪਲੱਸ ਟ੍ਰਿਪਲ। ਰੂਟੀਨ ਫਲਾਈਟਸ ਵੀ ਕਰੀਬ 1.5 ਲੱਖ ਰੁਪਏ ਤੱਕ ਗਈ ਹੈ, ਜਿਹੜੀ ਕਿ 30-35 ਹਜ਼ਾਰ ਰੁਪਏ ਤੱਕ ਦੀ ਫਲਾਈਟ ਸੀ। ਮੇਰੇ ਖਿਆਲ ਐਫਰਟਸ ਕੋਈ ਸਫੀਸ਼ੀਐਂਟ ਐਫਰਟਸ ਨਹੀਂ ਕਿ ਆਪਾਂ ਪੂਰੀ ਦਿਲੋਂ ਕੋਸ਼ਿਸ਼ ਕੀਤੀ, ਇਹੋ ਜਿਹਾ ਕੁਛ ਨਹੀਂ ਹੋਇਆ ਉਹਦੇ ਵਿੱਚ। ਵਿਦੇਸ਼ ਮੰਤਰਾਲੇ ਵੱਲੋਂ ਤੁਹਾਨੂੰ ਕੋਈ ਮੈਸੇਜ ਮੇਲ ਜਾਂ ਕੋਈ ਤੁਹਾਡੇ ਨਾਲ ਰਾਬਤਾ ਕਾਇਮ ਕੀਤਾ ਗਿਆ, ਜਾਂ ਤੁਹਾਡੇ ਵੱਲੋਂ ਕੋਈ ਕੋਸ਼ਿਸ਼ ਕੀਤੀ ਗਈ ਉਹਨਾਂ ਨਾਲ ਗੱਲਬਾਤ ਕਰਨ ਦੀ? ਹਾਂ, ਨੋ ਡਾਊਟ ਸਾਰਾ ਮਾਮਲਾ ਸਰਕਾਰ ਦੀ ਨੌਲੇਜ ਦੇ ਵਿੱਚ ਹੈਗਾ। ਅੰਬੈਸੀ ਵੱਲੋਂ ਟਾਈਮ ਟੂ ਟਾਈਮ ਮੈਸੇਜਸ ਆ ਰਹੇ ਨੇ, ਕੁਛ ਸਵੇਰੇ ਵੀ ਸਾਨੂੰ ਅੱਜ 2 ਮੇਲਸ ਆ ਚੁੱਕੀਆਂ ਅੰਬੈਸੀ ਵੱਲੋਂ ਵੀ ਕਿ ਆਪਾਂ ਐਫਰਟਸ ਕਰ ਰਹੇ ਹਾਂ ਬੱਚਿਆਂ ਨੂੰ ਕੋ ਉੱਥੇ ਹੀ ਰਹਿਣ ਜਿੱਥੇ ਹੈਗੇ ਨੇ। ਪਰ ਉਹ ਸਾਰੀਆਂ ਚੀਜ਼ਾਂ ਦੇ ਨਾਲ ਜਿਹੜਾ ਮਸਲਾ ਮੇਨ ਹੱਲ ਹੋਣਾ ਸੀ ਉਹ ਨਹੀਂ ਹੋ ਪਾਇਆ ਸ਼ਾਇਦ। ਅੰਬੈਸੀ ਨੇ 3-4 ਦਿਨ ਪਹਿਲੇ ਵੀ ਕਿਹਾ ਸੀ ਕਿ ਜਿਹੜੇ ਜਾ ਸਕਦੇ ਆ ਚਲ ਜਾਓ ਬੱਚੇ, ਜਿਹੜੀ ਫਲਾਈਟਸ ਮਿਲਦੀ ਹੈ। ਪਰ ਇੱਕ ਕਹਿਣ ਦੇ ਨਾਲ ਤੇ ਕਰਨ ਦੇ ਨਾਲ, ਜਾਂ ਤੇ ਉਹਨਾਂ ਨੂੰ ਬੱਚਿਆਂ ਨੂੰ ਫਲਾਈਟਸ ਦਿਓ, ਜਾਣਾ ਤੇ ਚਾਹੁੰਦੇ ਸੀ ਪਰ ਫਲਾਈਟਸ ਹੀ ਨਹੀਂ ਆ, ਉਹ ਕਾਹਦੇ ਤੇ ਆਉਣਗੇ? ਫਲਾਈਟਸ ਖਾਸ ਅਰੇਂਜ ਨਹੀਂ ਕੀਤੀਆਂ ਗਈਆਂ, ਸਿਰਫ 3 ਫਲਾਈਟ ਸੀ, 22, 24 ਤੇ 26 ਐਕਸਟਰਾ ਜਿਹੜੀ ਰੂਟੀਨ ਦੇ ਨਾਲੋਂ। ਤੇ ਉਹ 3 ਫਲਾਈਟਸ ਆਈ ਥਿੰਕ ਇੰਨਾ ਬੱਚਾ ਇਕੱਠਾ ਨਹੀਂ ਨਿਕਲ ਸਕਦਾ। ਉਹ ਦੂਸਰੀ ਚੀਜ਼ ਟਿਕਟਸ ਦੇ ਕੁਛ ਰੇਟ ਕੁਛ ਬੱਚੇ ਅਫੋਰਡ ਹੀ ਨਹੀਂ ਕਰ ਪਾਏ। ਇੱਕ ਫਲਾਈਟ ਜਿਹੜੀ ਕਿ 35-40 ਹਜ਼ਾਰ ਰੁਪਏ ਦੀ ਹੁੰਦੀ ਹੈ ਰੂਟੀਨ 'ਚੋਂ 60-65 ਹਜ਼ਾਰ ਰੁਪਏ ਤੱਕ ਪਹੁੰਚੀ, 70 ਹਜ਼ਾਰ ਰੁਪਏ ਤੱਕ ਪਹੁੰਚੀ। ਕੁਛ ਬੱਚੇ ਅਫੋਰਡ ਹੀ ਨਹੀਂ ਕਰ ਪਾਏ। ਉਹ ਸਾਰੀਆਂ ਚੀਜ਼ਾਂ ਕਾਊਂਟ ਕਰਦੀਆਂ ਸੀ। ਹੁਣ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਵੀ ਕਿਸ ਤਰ੍ਹਾਂ ਦੀ ਕੋਸ਼ਿਸ਼ਾਂ ਕੀਤੀਆਂ ਜਾਣ, ਜਾਂ ਕਿਸੇ ਹੋਰ ਨੇੜੇ ਕੰਟਰੀ ਭੇਜਿਆ ਜਾਵੇ ਜਾਂ ਭਾਰਤ ਲਿਆਂਦਾ ਜਾਏ? ਕੀ ਉਹ ਐਗਜ਼ੈਕਟਲੀ ਮੇਰੀ ਤੇ ਇਹੋ ਹੀ ਬੇਨਤੀ ਹੈ। ਮੇਰੀ ਤੇ ਸਵੇਰੇ ਵੀ ਕੁਛ ਆਪਣੇ ਪੋਲੀਟਿਕਸ ਦੇ ਵਿੱਚ ਸੱਜਣ ਹੈਗੇ ਨੇ, ਉਹਨਾਂ ਨੂੰ ਵੀ ਮੈਂ ਬੇਨਤੀ ਕੀਤੀ। ਆਫਟਰ ਆਲ ਇੰਡੀਅਨ ਬੀਇੰਗ ਏ ਇੰਡੀਅਨ ਸਿਟੀਜ਼ਨ, ਇਹ ਸਾਡਾ ਰਾਈਟ ਹੈ। ਸਾਨੂੰ ਜਦੋਂ ਹੈਲਪ ਦੀ ਲੋੜ ਪੈਂਦੀ ਆ ਅਸੀਂ ਵੀ ਕਿੱਥੇ ਜਾਣਾ, ਗੌਰਮੈਂਟ ਕੋਲ ਹੀ ਜਾਣਾ। ਅਤੇ ਇਹ ਚੂँਕਿ ਜੋ ਮਾਮਲਾ ਚੱਲਦਾ ਪਿਆ, ਇੰਨਾ ਟਾਈਮ ਹੀ ਨਹੀਂ ਹੈ ਕਿ ਆਪਾਂ ਉਹਦੇ 'ਤੇ ਮੀਟਿੰਗਾਂ ਕਰੀਏ ਫਿਰ ਉਹਨੂੰ ਸੋਚੀਏ। ਆਪਾਂ ਤਾਂ ਕੋਸ਼ਿਸ਼ ਕਰਾਂਗੇ ਕਿ ਛੇਤੀ ਤੋਂ ਛੇਤੀ ਕੁਛ ਫਲਾਈਟਸ ਨਵੀਆਂ ਲਗਾਓ, ਉਹਨਾਂ ਨੂੰ ਬੱਚਿਆਂ ਨੂੰ ਉੱਥੋਂ ਇਵੈਕੂਏਟ ਕਰੋ। ਹਾਂ, ਤੁਸੀਂ ਜੇ ਸਰਕਾਰ ਸੋਚਦੀ ਹੈ ਕਿ ਸਾਡਾ ਬਹੁਤ ਖਰਚਾ ਆਉਂਦਾ ਜਾਂ ਸਾਡਾ ਬਹੁਤ ਜ਼ਿਆਦਾ ਪੈਸਾ ਲੱਗਦਾ, ਜੋ ਐਕਚੁਅਲ ਫੇਅਰ ਹੈਗਾ ਉਹ ਸਾਡੇ ਕੋਲੋਂ ਲਵੋ। ਆਪਾਂ ਇਹ ਨਹੀਂ ਕਹਿ ਰਹੇ ਕਿ ਆਪਾਂ ਫ੍ਰੀ 'ਚ ਮੰਗਦੇ ਪਏ ਹਾਂ ਤੁਹਾਡੇ ਕੋਲੋਂ ਜਾਂ ਕੁਛ। ਹਾਂ, ਐਕਚੁਅਲ ਫੇਅਰ ਜੋ ਤੁਹਾਡੇ ਕੋਲ ਆਉਂਦਾ, ਫਲਾਈਟਸ ਵਧਾ ਕੇ ਸਰਕਾਰ ਨਾਲ, ਉਹਨਾਂ ਨੇ ਸਰਕਾਰ ਨਾਲ ਕੋਈ ਡਿਪਲੋਮੈਟਿਕ ਕੋਈ ਅਲਾਇੰਸ ਕਰੋ ਕਿ ਸਾਡੇ ਬੱਚੇ ਇੱਥੋਂ ਕੱਢ ਲੈਂਦੋ। ਹਾਂ, ਨੋ ਡਾਊਟ ਅਸੀਂ ਉਹਨਾਂ ਦੀ ਲੜਾਈ 'ਚ ਸਾਨੂੰ ਵੀ ਕੋਈ ਬਹੁਤਾ ਨਹੀਂ ਪਤਾ ਕੀ ਇਸ਼ੂਜ਼ ਹੈਗੇ ਨੇ, ਨਾ ਸਾਡੀ ਸਰਕਾਰ ਦਾ ਕੋਈ ਬਹੁਤਾ ਰੋਲ ਹੈ। ਆਪਣੇ ਬੱਚਿਆਂ ਦੀ ਸੇਫਟੀ ਵਾਸਤੇ ਤਾਂ ਅਸੀਂ ਐਫਰਟ ਕਰ ਹੀ ਸਕਦੇ ਹਾਂ। ਇੰਨਾ ਕੁ ਤਾਂ ਉਹਨਾਂ ਨੂੰ ਕਹਿ ਹੀ ਸਕਦੇ ਹਾਂ ਕਿ ਸਾਨੂੰ ਇੱਥੋਂ ਕਮ ਸੇ ਕਮ ਜਾ ਲੈਣ ਦਿਓ। ਜੇ ਨਹੀਂ ਵੀ ਇੱਥੇ ਆ ਸਕਦੇ ਬਾਈ ਚਾਂਸ, ਤੇ ਆਸ-ਪਾਸ ਜਿਹੜੀ ਕੰਟਰੀਜ਼ ਤੁਹਾਡੇ ਲਾਗੇ ਪੈਂਦੀ ਆ, ਪੋਲੈਂਡ ਹੈ, ਦੈਨ ਹੋਰ ਵੀ ਕਾਫੀ ਕੰਟਰੀਜ਼ ਨੇ, ਬੱਚਿਆਂ ਨੂੰ ਜਰਮਨੀ ਹੈ, ਬੱਚਿਆਂ ਨੂੰ ਕਿਸੇ ਤਰ੍ਹਾਂ ਥੋੜ੍ਹੀ ਦੇਰ ਵਾਸਤੇ ਉੱਥੇ ਸ਼ਿਫਟ ਕਰਵਾ ਦਿਓ। ਇੰਨੀ ਕੁ ਤਾਂ ਸਰਕਾਰ ਕਰ ਹੀ ਸਕਦੀ ਆ। ਜਿਸ ਤਰ੍ਹਾਂ ਭਾਰਤ ਦੇ ਰਸ਼ੀਆ ਨਾਲ ਸੰਬੰਧ ਕਾਫੀ ਅੱਛੇ ਨੇ,
ਜੀ ਤੁਹਾਨੂੰ ਲੱਗਦਾ ਜੀ ਭਾਰਤ ਸਰਕਾਰ ਨੂੰ ਇਸ ਨਾਲ ਗੱਲ ਕਰਨੀ ਚਾਹੀਦੀ ਕਿ ਉਹਨਾਂ ਦੇ ਜਿਹੜੇ ਨਾਗਰਿਕ ਹਨ ਉਹਨਾਂ ਨੂੰ ਕਿਸੇ ਤਰੀਕੇ ਸੇਫ ਜਾਂ ਦਾ ਜਾਣ ਦਿੱਤਾ ਜਾਵੇ ਜਾਂ ਉਹਨੂੰ ਉੱਥੋਂ ਕੱਢਿਆ ਜਾਵੇ। ਬਿਲਕੁਲ, ਦੇਖੋ ਜੀ ਇਹ ਕੋਈ ਪਹਿਲੀ ਜੰਗ ਨਹੀਂ ਹੋਈ ਦੁਨੀਆ ਦੇ ਵਿੱਚ, ਇਸ ਤੋਂ ਪਹਿਲੇ ਵੀ ਬੜਾ ਕੁਝ ਹੁੰਦਾ ਆਇਆ ਤੇ ਸੀਜ਼ ਫਾਇਰ ਵੀ ਹੁੰਦਾ ਥੋੜੀ ਦੇਰ ਵਾਸਤੇ ਕਿ ਠੀਕ ਹੈ ਸੇਫਟੀ ਪਰਪਸ ਵਾਸਤੇ ਜੇ ਕੋਈ ਇੱਧਰ ਉੱਧਰ ਹੋਣਾ ਚਾਹੁੰਦਾ ਤੇ ਹੋ ਸਕਦਾ। ਤੇ ਆਈ ਥਿੰਕ ਸਾਰੀਆਂ ਡਿਪਲੋਮੈਟਿਕ ਗੱਲਾਂ ਹੈ ਸਰਕਾਰ ਕੋਲ, ਹੋ ਸਕਦਾ ਇਸ ਤੋਂ ਵੀ ਵਧੀਆ ਸੋਲੂਸ਼ਨ ਹੋਵੇ ਜਿਹੜੇ ਸਾਨੂੰ ਨਹੀਂ ਪਤਾ, ਤੇ ਜੇ ਉਹ ਕਰ ਸਕਦੇ ਆ ਤੇ ਉਹਨਾਂ ਨੂੰ ਇਨੀਸ਼ੀਏਟ ਸਭ ਤੋਂ ਮਤਲਬ ਪ੍ਰੀਓਰਿਟੀ ਦੇ ਤੌਰ ਤੇ ਇਨੀਸ਼ੀਏਟ ਲੈਣਾ ਚਾਹੀਦਾ। ਇਸ ਤੋਂ ਵਧੀਆ ਵੀ ਉਹਨਾਂ ਕੋਲ ਸਰਕਾਰ ਕੋਲ ਕੋਈ ਸੋਲੂਸ਼ਨ ਹੋ ਸਕਦਾ, ਸਾਨੂੰ ਨਹੀਂ ਪਤਾ ਪੇਰੈਂਟਸ ਨੂੰ, ਤੇ ਉਹ ਸਰਕਾਰ ਜੋ ਵੀ ਐਫਰਟਸ ਕਰ ਸਕਦੀ ਹੈ ਆਪਣੇ ਲੈਵਲ ਤੇ ਉਹਨਾਂ ਨੂੰ ਕਰਨਾ ਚਾਹੀਦਾ। ਸੋ ਇਹ ਸਨ ਸੁਨੀਲ ਵਦਵਾ ਜਿਨ੍ਹਾਂ ਦਾ ਬੇਟਾ ਸਾਗਰ ਵਦਵਾ ਯੂਕਰੇਨ ਦੇ ਵਿੱਚ ਫਸਿਆ, ਜਿਹੜਾ ਕਿ ਮੈਡੀਕਲ ਦੀ ਪੜ੍ਹਾਈ ਕਰਨ ਵਾਸਤੇ ਗਿਆ ਸੀ। ਔਰ ਸੁਨੀਲ ਜੀ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਬੇਟੇ ਨੂੰ ਜਲਦ ਹੀ ਅਤੇ ਹੋਰ ਜੋ ਉੱਥੇ ਭਾਰਤੀ ਨਾਗਰਿਕ ਹਨ ਉਹਨਾਂ ਨੂੰ ਜਲਦ ਤੋਂ ਜਲਦ ਇੱਥੇ ਭਾਰਤ ਲਿਆਂਦਾ ਜਾਵੇ। ਕੈਮਰਾਮੈਨ ਗਗਨ ਨਾਲ ਸੁਖਚੈਨ ਸਿੰਘ, ਅੰਮ੍ਰਿਤਸਰ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।